ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਸੰਦੀਪ ਸਿੰਘ ਕਲਾਸਿਸ ਦੇ ਵਿੱਚ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ CDP ਦੇ ਜਿਹੜੇ ਪ੍ਰੀਵੀਅਸ ਈਅਰ ਦੇ ਕੁਐਸਚਨ ਨੇ ਆਪਾਂ ਉਹਦੀ ਇੱਕ ਵੀਡੀਓ ਲੈ ਕੇ ਆਏ ਹਾਂ, ਡਿਸਕਸ਼ਨ ਲੈ ਕੇ ਆਏ ਹਾਂ। ਸੋ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹ ਕਰਾਂਗੇ ਕੁਐਸਚਨਸ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੋ ਵੀ ਅੱਜ ਇਸ ਚੈਨਲ 'ਤੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ, ਲਾਈਕ ਔਰ ਸ਼ੇਅਰ ਜ਼ਰੂਰ ਕਰਿਓ। ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੀ ਜਿਹੜੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਸੋ ਆਪਾਂ ਹੁਣ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ। ਦੇਖੋ ਜੀ, ਪਹਿਲਾ ਕੁਐਸਚਨ ਹੈ ਜੀ, ਵੈਨ ਅ ਟੀਚਰ ਇਜ਼ ਅਸੈਸਿੰਗ ਸਟੂਡੈਂਟਸ ਇਨ ਕਲਾਸਰੂਮ ਵਿਚ ਆਫ ਦਾ ਫੋਲੋਇੰਗ ਐਜ਼ ਔਨ ਆਬਜੈਕਟਿਵ ਇਜ਼ ਅਵੋਇਡਡ ਕੰਸੀਡਰਿੰਗ ਇਟ ਇਜ਼ ਐਨ ਔਨਥੈਟਿਕ ਟੈਸਟ। ਕਹਿੰਦੇ ਕਿ ਜਦੋਂ ਇੱਕ ਅਧਿਆਪਕ ਬੱਚਿਆਂ ਨੂੰ ਜਮਾਤ ਵਿੱਚ ਅੰਕਲਨ ਕਰ ਰਿਹਾ ਹੁੰਦਾ ਹੈ, ਇਹਨਾਂ ਵਿੱਚੋਂ ਕਿਹੜਾ ਉਦੇਸ਼ ਉਸ 'ਤੇ ਵਿਸ਼ਵਾਸਯੋਗ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ। ਮਤਲਬ ਟੀਚਰ ਵੱਲੋਂ ਕਿਹੜਾ ਜਿਹੜਾ ਇੱਕ ਹਿੱਸਾ ਆ ਜਿਹੜਾ ਉਹ ਨਜ਼ਰ ਅੰਦਾਜ਼ ਜਿਹੜਾ ਹੈ ਉਹ ਕਰ ਦਿੱਤਾ ਜਾਂਦਾ ਹੈ। ਕਿ ਪਹਿਲਾ ਹੈ ਜੀ, ਗਿਵ ਫੀਡਬੈਕ ਟੂ ਸਟੂਡੈਂਟ ਅਬਾਊਟ ਦੇਅਰ ਪਰਫੋਰਮੈਂਸ, ਅਸੈਸ ਸਟੂਡੈਂਟਸ ਹੈਬਿਟ ਐਂਡ ਰੀਪ੍ਰਾਇਓਰਿਟੀਜ਼, ਜਾਂ ਮਿਨੀਮਾਈਜ਼ ਨੀਡਲੈਸ ਐਂਡ demoralizing comparison among students, ਜਾਂ students individual aptitude learning style should not be considered। ਸੋ ਜਿਹੜਾ ਇਹਦਾ ਸਹੀ ਆਨਸਰ ਹੈ ਇਹ ਹੈ ਜੀ ਆਪਸ਼ਨ ਨੰਬਰ D, ਕਿ ਜਿਹੜਾ ਆ ਇਕੱਲ ਅਭਿਰੁਚੀ ਯਾਦ ਕਰਨ ਦੇ ਤਰੀਕਿਆਂ ਨੂੰ ਸ਼ਾਮਿਲ ਨਹੀਂ ਕਰਨਾ ਚਾਹੀਦਾ। ਠੀਕ ਹੈ ਜੀ, ਜਿਹੜਾ ਬੱਚੇ ਦੀ ਜਿਹੜੀ ਆਪਣੀ ਇੱਕ ਇੰਡੀਵਿਜੂਅਲ ਐਪਟੀਟਿਊਡ ਹੈ, ਠੀਕ ਹੈ, ਕਈ ਵਾਰ ਜਿਹੜਾ ਟੀਚਰ ਹੈ ਉਹਦੇ 'ਤੇ ਧਿਆਨ ਜਿਹੜਾ ਨਹੀਂ ਦਿੰਦਾ। ਠੀਕ ਹੈ ਜੀ, ਅਗਲਾ ਕੁਐਸਚਨ ਹੈ ਜੀ, ਵੈਨ ਐਵਰ ਯੂ ਆਰ ਮੇਕਿੰਗ ਅ ਮਲਟੀਪਲ ਚੋਇਸ ਕੁਐਸਚਨ, ਰੋਂਗ ਆਨਸਰ ਆਰ ਆਫਰਡ ਐਜ਼ ਚੋਇਸਿਸ ਵਿਦ ਦ ਕਰੈਕਟ ਆਨਸਰ, ਦੀਸ ਰੋਂਗ ਆਨਸਰ ਆਰ ਨੋਨ ਐਜ਼। ਕਹਿੰਦੇ ਜਦੋਂ ਮਲਟੀਪਲ ਚੋਇਸ ਜਿਹੜੇ ਕੁਐਸਚਨ ਹੁੰਦੇ ਨੇ ਆਪਾਂ ਦੇਖਦੇ ਹਾਂ, ਉਹਨਾਂ ਦੇ ਵੀ ਜਿਹੜੇ ਰੋਂਗ ਆਨਸਰ ਦਿੱਤੇ ਹੁੰਦੇ ਨੇ ਉਹ ਜਿਹੜੇ ਕਰੈਕਟ ਆਨਸਰ ਦੇ ਬੜੇ ਕਰੀਬ ਹੁੰਦੇ ਨੇ, ਭਾਵੇਂ ਉਹ ਗਲਤ ਹੁੰਦੇ ਨੇ। ਉਹ ਕਹਿੰਦੇ ਨੇ ਕਿ ਉਹ ਰੋਂਗ ਆਨਸਰਸ ਨੂੰ ਕੀ ਕਹਿੰਦੇ ਆ। ਸੋ ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ ਜੀ, ਆਪਸ਼ਨ ਨੰਬਰ A, ਜਿਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ ਜੀ, ਡਿਸਟਰੈਕਟਰਸ ਕਹਿ ਦਿੰਦੇ ਹਾਂ, ਕਿ ਉਹ ਸਾਡਾ ਧਿਆਨ ਜਿਹੜਾ ਉਹ ਡਿਸਟਰੈਕਟ ਕਰਦੇ ਆ। ਠੀਕ ਹੈ ਜੀ। ਤੀਸਰਾ ਕੁਐਸਚਨ, ਦ ਬੇਸਿਕ ਆਈਡੀਆ ਆਫ ਇਨਕੁਆਇਰਿੰਗ ਲਰਨਿੰਗ ਇਨਵੋਲਵਸ ਫੋਲੋਇੰਗ ਐਲੀਮੈਂਟਸ। ਠੀਕ ਹੈ ਜੀ, ਕਿ ਕਿਸੇ ਬਾਰੇ ਪੁੱਛ ਕੇ ਪੜ੍ਹਨ ਵਾਲੀ ਜਾਣਕਾਰੀ ਦਾ ਇਹਨਾਂ ਵਿੱਚੋਂ ਕਿਹੜੇ ਤੱਤਾਂ ਵਿੱਚ ਜੁੜਿਆ ਹੈ। ਠੀਕ ਹੈ, ਪਹਿਲਾ ਹੈ ਜੀ ਫਾਰਮੂਲੇਟ ਹਾਈਪੋਥੀਸਿਸ, ਕਲੈਕਟ ਕਨਕਲੂਜਨ, ਅਸੈਪਟ ਰਿਵਿਊ। ਠੀਕ ਹੈ, ਅਗਲਾ ਹੈ ਜੀ ਕਲੈਕਟ ਡਾਟਾ, ਕਲੈਕਟ ਕਨਕਲੂਜਨ, ਅਸੈਪਟ ਰਿਵਿਊਜ਼ ਵਿਦਾਊਟ ਰਿਫਲੈਕਸ਼ਨ, ਜਾਂ ਫਾਰਮੂਲੇਟ ਹਾਈਪੋਥੀਸਿਸ, ਡਰਾ ਕਨਕਲੂਜਨ, ਅਸੈਪਟ ਰਿਵਿਊਜ਼ ਵਿਦਾਊਟ ਰਿਫਲੈਕਸ਼ਨ, ਜਾਂ ਫਾਰਮੂਲੇਟ ਹਾਈਪੋਥੀਸਿਸ, ਕਲੈਕਟ ਡਰਾ, ਜਾਂ ਡਰਾ ਕਨਕਲੂਜਨ, ਜਾਂ ਰਿਫਲੈਕਟ ਔਨ ਓਰੀਜਨਲ ਪ੍ਰੋਬਲਮ। ਸੋ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ D, ਕਿ ਪਹਿਲਾਂ ਫਾਰਮੂਲੇਟ ਜਿਹੜਾ ਹਾਈਪੋਥੀਸਿਸ ਹੈ ਪਰਿਕਲਪਨਾ ਹੁੰਦੀ ਹੈ, ਫਿਰ ਆਂਕੜੇ ਇਕੱਠੇ ਕੀਤੇ ਜਾਂਦੇ ਆ, ਫਿਰ ਇੱਕ ਨਿਸ਼ਕਰਸ਼ ਜਿਹੜਾ ਬਣਾਇਆ ਜਾਂਦਾ ਹੈ। ਠੀਕ ਹੈ ਜੀ, ਫਿਰ ਅਸਲੀ ਸਮੱਸਿਆ ਵੇਖੀ ਜਾਂਦੀ ਹੈ। ਠੀਕ ਹੈ ਜੀ, ਸੋ ਜਿਹੜਾ ਆਪਸ਼ਨ ਆਪਣਾ ਸਹੀ ਹੋਇਆ ਜੀ ਆਪਸ਼ਨ ਨੰਬਰ D। ਅਗਲਾ ਕੁਐਸਚਨ ਹੈ ਜੀ, ਦਿਸ ਸਟੇਜ ਇਜ਼ ਦਾ ਟਾਈਮ ਆਫ ਸੈਕਸ਼ੂਅਲ ਰੀਅਵੇਕਨਿੰਗ। ਠੀਕ ਹੈ, the source of sexual pleasure not becomes someone outside the family, the stage in Freud psychosexual theory is। ਠੀਕ ਹੈ ਜੀ, ਇਹ ਮਤਲਬ ਕੀ ਗੱਲ ਕੀਤੀ ਗਈ ਹੈ, ਇਹਦਾ ਜਿਹੜਾ ਆਨਸਰ ਹੈ ਉਹ ਹੈ ਜੀ ਜੈਨੀਟਲ। ਠੀਕ ਹੈ, ਇਹ ਮਤਲਬ ਜਿਹੜੇ ਫਰੋਇਡ ਹੈ, ਠੀਕ ਹੈ, ਉਹਦੇ ਵੱਲੋਂ ਇਹਨਾਂ ਦੀ ਇੱਕ ਜਿਹੜੀ ਥਿਊਰੀ ਸੀਗੀ। ਠੀਕ ਹੈ ਜੀ, ਸੋ ਸਾਈਕੋਸੈਕਸ਼ੁਅਲ ਦੀ, ਠੀਕ ਹੈ, ਥਿਊਰੀ ਸੀਗੀ, ਜਿਹਦੇ ਵਿੱਚ ਉਹਨਾਂ ਨੇ ਜੈਨੀਟਲ ਦੇ ਬਾਰੇ ਜਿਹੜੀ ਇਹਦੀ ਗੱਲ ਕੀਤੀ ਹੈ। ਠੀਕ ਹੈ ਜੀ। ਪੰਜਵਾਂ ਕੁਐਸਚਨ ਹੈ ਜੀ, ਦ ਪਰਸਨ ਰਿਸਪੋਂਸੀਬਲ ਫॉर ਦ ਡਿਵੈਲਪਮੈਂਟ ਐਂਡ ਡਿਜ਼ਾਈਨ ਆਫ ਫਸਟ ਯੂਜ਼ਫੁਲ ਇੰਡੀਵਿਜੂਅਲ ਟੈਸਟ ਆਫ ਇੰਟੈਲੀਜੈਂਸ। ਇਹਨਾਂ ਵਿੱਚੋਂ ਕਿਹੜਾ ਪਹਿਲਾ ਉਪਯੋਗੀ ਵਿਅਕਤੀਗਤ ਬੁੱਧੀਮਤਾ ਦੀ ਪਰਖ ਨੂੰ ਵਿਕਸਿਤ ਅਤੇ ਬਣਾਉਣ ਵਾਲਾ ਵਿਅਕਤੀ ਕੌਣ ਹੈ। ਸੋ ਜਿਹੜਾ ਇਹਦਾ ਆਨਸਰ ਹੈ ਜੀ ਆਪਸ਼ਨ ਨੰਬਰ C, ਬਾਇਨਟ ਜਿਹੜਾ ਹੈ। ਠੀਕ ਹੈ, ਬਾਇਨਟ ਨੇ ਜਿਹੜਾ ਪਹਿਲੀ ਵਾਰੀ ਜਿਹੜਾ ਇਹ ਕੰਸੈਪਟ ਲੈ ਕੇ ਆਏ ਸੀਗੇ। ਠੀਕ ਹੈ ਜੀ। ਅਗਲਾ ਕੁਐਸਚਨ, ਸਪੈਸ਼ਲ ਮਟੀਰੀਅਲ ਇਕਵਿਪਮੈਂਟ ਐਂਡ ਸਟ੍ਰੈਟਜੀਜ਼ ਦੈਟ ਸਪੈਸੀਫਿਕਲੀ ਹੈਲਪ ਸਟੂਡੈਂਟਸ ਵਿਦ ਲੋ ਵਿਜ਼ਨ ਟੂ ਫੰਕਸ਼ਨ ਇਨ ਰੈਗੂਲਰ ਕਲਾਸਰੂਮ ਇਨਕਲੂਡ। ਕਿ ਜਿਹੜੇ ਬੱਚਿਆਂ ਨੂੰ ਘੱਟ ਦੀਦਾ ਹੈ, ਠੀਕ ਹੈ ਜੀ, ਜਮਾਤ ਵਿੱਚ ਜਿੰਨੇ ਵੀ ਘੱਟ ਦੇਖਣ ਯੋਗਤਾ ਵਾਲੇ ਬੱਚੇ ਹੁੰਦੇ ਹਨ, ਉਹਨਾਂ ਦੀ ਕੰਮ ਕਰਨ ਵਿੱਚ ਮਦਦ ਲਈ ਖਾਸ ਚੀਜ਼ਾਂ ਅਤੇ ਰਣਨੀਤੀਆਂ
ਇਹਨਾਂ ਵਿੱਚੋਂ ਕੀ ਸ਼ਾਮਿਲ ਕਰਨਾ ਚਾਹੀਦਾ ਕਿ ਲਾਰਜ ਪ੍ਰਿੰਟ ਰਾਈਟਰਸ ਰੱਖਣੇ ਚਾਹੀਦੇ ਨੇ, ਯੂਜ਼ ਆਫ ਸਾਈਨ ਲੈਂਗੁਏਜ। ਦੇਖੋ ਬੱਚੇ ਨੂੰ ਘੱਟ ਦਿਖਦਾ ਹੈ ਤਾਂ ਅਸੀਂ ਸਾਈਨ ਲੈਂਗੁਏਜ ਤਾਂ ਨਹੀਂ ਯੂਜ਼ ਕਰਾਂਗੇ, ਹੈ ਨਾ। ਫਿੰਗਰ ਸਪੈਲਿੰਗ ਵੀ ਨਹੀਂ ਕਰਾਂਗੇ। ਯੂਜ਼ ਵਿਜ਼ੂਅਲ ਕਲੂਜ਼ ਐਜ਼ ਆਫਨ ਐਜ਼ ਪੋਸੀਬਲ, ਕਿਉਂਕਿ ਬੱਚਿਆਂ ਨੂੰ ਘੱਟ ਦਿਖ ਰਿਹਾ ਸੀ। ਕੀ ਕਰਾਂਗੇ? ਇਹਦਾ ਸਹੀ ਆਨਸਰ ਹੈ ਆਪਸ਼ਨ ਨੰਬਰ ਏ, ਲਾਰਜ ਪ੍ਰਿੰਟ ਟਾਈਪ ਰਾਈਟਰ। ਵੱਡੇ ਪ੍ਰਿੰਟ ਵਾਲੀਆਂ ਜਿਹੜੀਆਂ ਮਸ਼ੀਨਾਂ ਅਸੀਂ ਕੋਸ਼ਿਸ਼ ਕਰਾਂਗੇ ਉਹ ਲਿਆਉਣ ਦੀਆਂ, ਤਾਂ ਕਿ ਬੱਚਿਆਂ ਨੂੰ ਪ੍ਰੋਬਲਮ ਨਾ ਆਵੇ ਦੇਖਣ ਵੇਲੇ, ਠੀਕ ਹੈ ਜੀ। Which of the following is not directly associated with the policy for inclusion? ਇਹਨਾਂ ਵਿੱਚੋਂ ਕਿਹੜਾ ਸਭ ਤੋਂ ਸਿੱਧਾ ਸਮਾਵੇਸ਼ ਦੀ ਨੀਤੀ ਨਾਲ ਸੰਬੰਧ ਨਹੀਂ ਹੈ? ਦੇਖੋ ਨਹੀਂ ਹੈ, ਠੀਕ ਹੈ ਜੀ। ਪਹਿਲਾ ਹੈ ਜੀ ਸਲਮੈਨਿਕਾ ਸਟੇਟਮੈਂਟ ਅਤੇ ਐਂਡ ਫਰੇਮਵਰਕ ਫॉर ਐਕਸ਼ਨ, ਜਾਂ ਕਾਈਟੋ ਪ੍ਰੋਟੋਕੋਲ, ਬਿਵਾਕੋ ਮਿਲੇਨੀਅਮ ਫਰੇਮਵਰਕ, टारगेट ऑन एजुकेशन इन द सेकेंड एशियन पैसिफिक डेकेड ऑफ डिसेबल पर्सन, या डाकर फ्रेमवर्क फॉर एक्शन ऑन एजुकेशन फॉर ऑल। ਇਹਦਾ ਜਿਹੜਾ ਸਹੀ ਆਪਸ਼ਨ ਹੈ ਉਹ ਹੈ ਜੀ ਆਪਸ਼ਨ ਨੰਬਰ ਬੀ, ਕਾਈਟੋ ਜਿਹੜਾ ਪ੍ਰੋਟੋਕੋਲ ਆ ਉਹ ਜਿਹੜਾ ਹੈ ਇਹਦੇ ਵਿੱਚ ਐਸੋਸੀਏਟਡ ਨਹੀਂ ਹੈ ਡਾਇਰੈਕਟਲੀ, ਠੀਕ ਹੈ ਜੀ। ਸੋ ਜਿਹੜਾ ਅਗਲਾ ਕੁਐਸਚਨ ਹੈ, ਡੈਸ਼ ਅ ਡੈਸ਼ in an inborn automatic response to a particular form of stimulation, ਡੈਸ਼ ਇਹ ਇੱਕ ਜਨਮਜਾਤ ਆਪਣੇ ਆਪ ਜਵਾਬ ਦੇਣ ਵਾਲਾ ਇੱਕ ਖਾਸ ਉਤੇਜਨਾ ਦੀ ਅਵਸਥਾ ਹੈ, ਠੀਕ ਹੈ ਜੀ। ਕਿਹੜਾ ਹੈ ਹੁਣ ਇਹਦੇ ਵਿੱਚ ਆਪਸ਼ਨ ਆਏਗਾ ਜੀ ਕਿ ਰੈਜ਼ੀਲੈਂਸ ਆਏਗਾ, ਲਚੀਲਾਪਨ, ਠੀਕ ਹੈ ਜੀ, ਜਾਂ ਕੰਡੀਸ਼ਨਿੰਗ, ਜਾਂ ਆਏਗਾ ਜੀ ਰਿਫਲੈਕਸ ਮਤਲਬ ਪਲਟਿਆ ਹੋਇਆ, ਜਾਂ ਡੀ ਆਪਸ਼ਨ ਕੰਟਰੋਲਡ ਐਫੀਸ਼ੀਐਂਸੀ। ਸੋ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ ਸੀ, ਰਿਫਲੈਕਸ, ਠੀਕ ਹੈ ਜੀ। ਮਤਲਬ ਇਹ ਇਨਬੋਰਨ ਨਹੀਂ ਹੁੰਦੀ। ਅਗਰ ਛੋਟਾ ਜਿਹਾ ਬੱਚਾ ਵੀ ਅਸੀਂ ਉਹਦੀ ਮੰਨ ਲਓ ਗੱਲਾਂ ਨੂੰ ਆਪਾਂ ਉਹਨਾਂ ਨੂੰ ਗੱਲਾਂ ਨੂੰ ਪੱਟਦੇ ਹਾਂ ਅਤੇ ਉਹ ਬੱਚਾ ਉੱਦਾਂ ਹੀ ਰਿਫਲੈਕਸ ਕਰਦਾ ਹੈ, ਉਹਦਾ ਜੋ ਵੀ ਮਤਲਬ ਰਿਐਕਸ਼ਨ ਸਾਨੂੰ ਮਿਲਦੀ ਹੈ, ਠੀਕ ਹੈ ਜੀ। ਇਨ ਡੈਸ਼ ਕੰਡੀਸ਼ਨਿੰਗ ਇਨਫੈਂਟਸ ਐਕਟ ਔਰ ਓਪਰੇਟ on the environment and stimuli that follow their behavior change the probability that the behavior will occur again। ਕਹਿੰਦੇ ਕਿ ਡੈਸ਼ ਅਨੁਕੂਲਨ ਬਹੁਤ ਛੋਟੇ ਬੱਚੇ ਇਸ ਹਿਸਾਬ ਨਾਲ ਵਰਤਾਓ ਕਰਦੇ ਹਨ, ਵਰਤਾਓ ਅਤੇ ਚੱਲਣਾ ਵਾਤਾਵਰਨ 'ਚ ਸਿੱਖਦੇ ਹਨ, ਅਤੇ ਇੱਕ ਉਤੇਜਨਾ ਜਿਹੜੀ ਉਹਨਾਂ ਦਾ ਪਿੱਛਾ ਕਰਦੀ ਹੈ ਉਹ ਇਸ ਸੰਭਾਵਨਾ ਨੂੰ ਬਦਲ ਦਿੰਦੀ ਹੈ ਕਿ ਉਹਨਾਂ ਦਾ ਉਹੀ ਵਰਤਾਓ ਫਿਰ ਤੋਂ ਦੁਬਾਰਾ ਹੋਏਗਾ, ਠੀਕ ਹੈ ਜੀ। ਕੀ ਹੈ ਪਹਿਲੀ ਆਪਸ਼ਨ? ਓਪਰੈਂਟ, ਕਲਾਸੀਕਲ, ਰਿਟੈਂਸ਼ਨ, ਜਾਂ ਪਨਿਸ਼ਮੈਂਟ। ਸੋ ਜਿਹੜੇ ਦਾ ਸਹੀ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ ਏ, ਓਪਰੈਂਟ, ਠੀਕ ਹੈ ਜੀ, ਮਤਲਬ ਕਿਰਿਆਸ਼ੀਲਤਾ। ਅਗਲਾ ਕੁਐਸਚਨ ਦੇਖਦੇ ਹਾਂ ਜੀ, ਵਿਚ ਆਫ ਦਾ ਫੋਲੋਇੰਗ ਆਰ ਟੂ ਮੇਜਰ ਫੀਚਰ ਆਫ ਪਿਆਜੇਜ਼ ਫਾਰਮਲ ਆਪਰੇਸ਼ਨਲ ਸਟੇਜ ਆਫ ਕੋਗਨੀਟਿਵ ਥਿਊਰੀ। ਪਿਆਜੇ ਦੀ ਜਿਹੜੀ ਫਾਰਮਲ ਆਪਰੇਸ਼ਨਲ ਜਿਹੜੀ ਸਟੇਜ ਹੈ, ਠੀਕ ਹੈ, ਕਹਿੰਦੀ ਇਹਨਾਂ ਵਿੱਚੋਂ ਜਿਹੜੇ ਮੇਜਰ ਜਿਹੜੇ 2 ਫੀਚਰ ਹੈ ਉਹ ਹੈਗੇ ਨੇ, ਠੀਕ ਹੈ ਜੀ। ਸੋ ਦੇਖੋ ਇਹਦੇ ਵਿੱਚ 4 ਆਪਸ਼ਨ ਨੇ ਕਿ ਹੈਪੋਥੈਟਿਕੋ ਡਿਡਕਟਿਵ ਰੀਜ਼ਨਿੰਗ ਐਂਡ ਪ੍ਰੋਪੋਰਸ਼ਨਲ ਥਾਟ, ठीक है, स्पैटियल रीजनिंग या हाइपोथेटिको डिडक्टिव रीजनिंग, सीरिएशन एंड प्रोपोर्शनल थॉट, या स्पैटियल रीजनिंग एंड प्रोपोर्शनल थॉट। देखो सी ऑप्शन तो जी है वो नहीं है, ठीक है जी। जी सीरिएशन है ये तो इस स्टेज पर नहीं होंगी, ठीक है। स्पैटियल रीजनिंग तो प्रोपोर्शनल थॉट भी ये भी नहीं होंगी। हाइपोथेटिकल एंड प्रोपोर्शनल थॉट है ये भी नहीं होंगी। सो ਜਿਹੜਾ ਇਹਦਾ ਆਪਸ਼ਨ ਸੌਰੀ ਜਿਹੜਾ ਸੈਕਿੰਡ ਹੈ ਕਿ ਸਪੈਟੀਅਲ ਰੀਜ਼ਨਿੰਗ ਜਾਂ ਹਾਈਪੋਥੈਟੀਕਲ ਡਿਡਕਟਿਵ ਇਹ ਵੀ ਨਹੀਂ ਹੁੰਦੀ, ਠੀਕ ਹੈ। ਸਪੈਟੀਅਲ ਤੇ ਨਹੀਂ ਹੁੰਦੀ ਹੈ ਨਾ, ਅਤੇ ਨਾ ਹੀ ਜਿਹੜੀ ਹੈ ਸੀਰੀਏਸ਼ਨ ਹੁੰਦੀ। ਸੋ ਇਹਦਾ ਜਿਹੜਾ ਸਹੀ ਆਨਸਰ ਹੈ ਆਪਸ਼ਨ ਨੰਬਰ ਏ ਹੈ ਕਿ ਹਾਈਪੋਥੈਟੀਕਲ ਡਿਡਕਟਿਵ ਰੀਜ਼ਨਿੰਗ ਐਂਡ ਪ੍ਰੋਪੋਰਸ਼ਨਲ ਥਾਟ, ਠੀਕ ਹੈ, ਜਿਹੜੇ ਉਸ ਸਟੇਜ ਦੇ ਵਿੱਚ ਜਿਹੜੇ ਉਹਦੇ ਬੱਚੇ 'ਚ ਡਿਵੈਲਪ ਹੋ ਜਾਂਦੇ ਆ। Which of the following is not an example of tactics for learning verbal information? ਹੇਠ ਲਿਖਿਆਂ ਵਿੱਚੋਂ ਕਿਹੜਾ ਮੌਖਿਕ ਜਾਣਕਾਰੀ ਸਿੱਖਣ ਦਾ ਤਰੀਕਾ ਨਹੀਂ ਹੈ? Attention focusing by making outline, schema building by story grammar, ਜਾਂ idea elaboration by self questioning, ਜਾਂ pattern learning by hypothesizing, ਠੀਕ ਹੈ ਜੀ। ਸੋ ਜਿਹੜੇ ਦਾ ਸਹੀ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ ਡੀ, ਕਿ ਪੈਟਰਨ ਜਿਹੜੀ ਲਰਨਿੰਗ ਹੈ ਉਹਦਾ ਕੋਈ ਕੰਮ ਨਹੀਂ ਹੁੰਦਾ ਵਰਬਲ ਇਨਫੋਰਮੇਸ਼ਨ ਵੇਲੇ। 12 ਕੁਐਸਚਨ, ਡੈਸ਼ ਇਜ਼ ਜਨਰਲੀ ਨੋਟ ਐਸੋਸੀਏਟਡ ਵਿਦ ਕੰਸਟਰਕਟਿਵਿਜ਼ਮ। ਇਹਨਾਂ 'ਚੋਂ ਕਿਹੜੀ ਕੰਸਟਰਕਟਿਵਿਜ਼ਮ ਨਾਲ ਜਿਹੜੀ ਹੈ
ਐਸੋਸੀਏਟ ਜਿਹੜੀ ਹੈ ਨਹੀਂ ਕਰਦੀ। ਵਾਈਗੋਟਸਕੀ ਥਿਊਰੀ, ਦੇਖੋ ਵਾਈਗੋਟਸਕੀ ਥਿਊਰੀ ਕਰਦੀ ਹੈ ਕੰਸਟਰਕਟਿਵਿਜ਼ਮ ਨੂੰ, ਇਕੁਇਲਿਬਰੀਅਮ ਵੀ ਕਰਦੀ ਹੈ, ਠੀਕ ਹੈ। ਔਰ ਸੈਲਫ ਅਵੇਅਰਨੈਸ ਦਾ ਇੰਪੋਰਟੈਂਟ ਪਾਰਟ ਹੈ ਹੀ। ਸੋ ਜਿਹੜਾ ਇੱਕ ਨਹੀਂ ਹੈ ਉਹ ਹੈ ਜੀ ਕਲਾਸੀਕਲ ਕੰਡੀਸ਼ਨਿੰਗ। ਸੋ ਇਹੀ ਇਹਦਾ ਸਹੀ ਆਨਸਰ ਹੈ। ਅਗਲਾ ਕੁਐਸਚਨ ਦੇਖਦੇ ਹਾਂ, ਦਾ ਅਬਿਲਿਟੀ ਟੂ ਥਿੰਕ ਅਬਾਊਟ ਲੈਂਗੁਏਜ ਐਜ਼ ਅ ਸਿਸਟਮ ਇਜ਼, ਠੀਕ ਹੈ ਜੀ, ਭਾਸ਼ਾ ਦੇ ਬਾਰੇ ਸੋਚਣ ਦੀ ਕਾਬਲੀਅਤ ਦਾ ਪ੍ਰਬੰਧ ਹੈ। ਪਹਿਲਾ ਹੈ ਜੀ ਰੈਫਰੈਂਸ਼ੀਅਲ ਕਮਿਊਨੀਕੇਸ਼ਨ, ਠੀਕ ਹੈ ਜੀ। ਫਿਰ ਹੈ ਜੀ ਸਪੀਚ ਰਜਿਸਟਰ, ਬਾਈਲਿੰਗੁਅਲਿਜ਼ਮ ਜਾਂ ਮੈਟਾਲਿੰਗੁਇਸਟਿਕ ਅਵੇਅਰਨੈਸ। ਸੋ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ ਡੀ, ਮੈਟਾਲਿੰਗੁਇਸਟਿਕ ਅਵੇਅਰਨੈਸ, ਠੀਕ ਹੈ ਜੀ। ਜਿਹੜਾ ਕਿ ਅਬਿਲਿਟੀ ਟੂ ਥਿੰਕ ਅਬਾਊਟ ਲੈਂਗੁਏਜ ਐਜ਼ ਅ ਸਿਸਟਮ ਨੂੰ ਜਦੋਂ ਅਸੀਂ ਸੋਚਦੇ ਹਾਂ ਤਾਂ ਉਹਨੂੰ ਆਪਾਂ ਲਿੰਗੁਇਸਟਿਕ ਜਿਹੜਾ ਅਵੇਅਰਨੈਸ ਕਹਿੰਦੇ ਹਾਂ। ਅਗਲਾ ਕੁਐਸਚਨ ਹੈ ਜੀ, ਮਾਸਟਰੀ ਓਰੀਐਂਟਡ ਸਟੂਡੈਂਟਸ ਟੈਂਡ ਟੂ ਵੈਲਿਊ ਅਚੀਵਮੈਂਟ ਐਂਡ ਸੀ ਐਬਿਲਿਟੀ ਐਜ਼ ਇੰਪਰੂਵੇਬਲ, ਸੋ ਦੇ ਫੋਕਸ ਔਨ। ਮੁਹਾਰਤ ਪ੍ਰਾਪਤ ਵਿਦਿਆਰਥੀਆਂ ਲਈ ਨੈਤਿਕ ਉਪਲਬਧੀ ਅਤੇ ਦੇਖਣ ਦੀ ਯੋਗਤਾ ਦਾ ਵਿਕਾਸ ਵੱਧ ਸਕਦਾ ਹੈ, ਇਸ ਲਈ ਉਹ ਧਿਆਨ ਕੇਂਦਰਿਤ ਕਰਨ ਐਕਸਪੈਕਟੇਸ਼ਨ ਆਫ ਅਦਰਸ ਐਂਡ ਹੈਵ ਨੋ ਗੋਲਸ। ਦੇਖੋ ਇਹ ਤਾਂ ਬਿਲਕੁਲ ਹੀ ਗਲਤ ਹੈ, ਹੈ ਨਾ, ਕਿ ਅਸੀਂ ਮਤਲਬ ਉਹਨਾਂ ਦੀ ਉਮੀਦ ਜਿਨ੍ਹਾਂ ਤੋਂ ਕੋਈ ਉਦੇਸ਼ ਨਹੀਂ, ਹੈ ਨਾ। ਮਾਸਟਰੀ ਗੋਲ ਇਨ ਆਰਡਰ ਟੂ ਇਨਕਰੀਜ਼ ਦੇਅਰ ਸਕਿੱਲਸ ਐਂਡ ਐਬਿਲਿਟੀਜ਼, ਇਹ ਹੋ ਸਕਦਾ ਹੈ। ਦੇਅਰ ਬੈਕ ਆਫ ਐਬਿਲਿਟੀ ਐਂਡ ਕੰਸੀਡਰ ਇਟ ਐਜ਼ ਅ ਸੋਰਸ ਆਫ ਫੇਲੀਅਰ, ਨਹੀਂ ਇਹ ਵੀ ਗਲਤ ਹੈ। ਮਾਸਟਰੀ ਗੋਲ ਇਨ ਆਰਡਰ ਟੂ ਅਵੋਇਡ ਫੇਲਰ, ਕਿ ਉਹ ਜਿਹੜੇ ਮੁਹਾਰਤ ਉਦੇਸ਼ ਵੱਲ ਵਧਦੇ ਹੋਏ ਅਸਫਲਤਾ ਨੂੰ ਨਜ਼ਰ ਅੰਦਾਜ਼ ਕਰਨ। ਸੋ ਇਹ ਵੀ ਗਲਤ। ਸੋ ਜਿਹੜਾ ਸਹੀ ਆਨਸਰ ਹੈ ਉਹ ਹੈ ਆਪਸ਼ਨ ਨੰਬਰ ਬੀ, ਕਿ ਮਾਸਟਰੀ ਗੋਲਸ ਇਨ ਆਰਡਰ ਟੂ ਇਨਕਰੀਜ਼ ਦੇਅਰ ਸਕਿੱਲ, ਆਪਣੀ ਮੁਹਾਰਤ ਦਾ ਉਦੇਸ਼ ਆਪਣੇ ਗੁਣਾਂ ਅਤੇ ਯੋਗਤਾਵਾਂ ਨਾਲ ਵਧਾਉਣ, ਠੀਕ ਹੈ ਜੀ। ਸੋ ਇਹ ਜਿਹੜਾ ਆਨਸਰ ਆਪਣਾ ਸਹੀ ਹੈ। ਅਗਲਾ ਆ ਗਿਆ ਜੀ, ਕਹਿੰਦੇ ਕਿ ਵਾਈਲ ਅਸੈਸਿੰਗ ਕ੍ਰੀਏਟਿਵਿਟੀ ਆਫ ਐਨ ਇੰਡੀਵਿਜੂਅਲ ਅਕੋਰਡਿੰਗ ਟੂ ਟੋਰੈਂਸ on a graphic test, an individual might be given 30 semicircle and asked to create 30 different drawing. In another task, one may be asked to make a toy more fun to play with. The responses of all these tasks would be scored for 3 aspects of divergent thinking which are, ਠੀਕ ਹੈ ਜੀ। ਹੁਣ ਇਹਦੇ ਵਿੱਚ ਆਪਾਂ ਪੰਜਾਬੀ 'ਚ ਇੱਕ ਵਾਰ ਜਲਦੀ ਦੇਖ ਲੈਂਦੇ ਹਾਂ ਉਹ ਕੀ ਕਹਿ ਰਿਹਾ ਹੈ। ਕਹਿੰਦੇ ਕਿ ਆਪਣੀ ਟੋਰੈਂਸ ਦੇ ਅਨੁਸਾਰ ਜਦ ਅਸੀਂ ਕਿਸੇ ਸਰਣਾਤਮਕਤਾ ਦੀ ਜਾਂਚ ਕਰਦੇ ਹਾਂ ਤਾਂ ਔਨ ਏ ਗ੍ਰਾਫਿਕ ਟੈਸਟ, ਠੀਕ ਹੈ, ਮਤਲਬ ਤੁਸੀਂ ਉਹਨਾਂ ਨੂੰ 30 ਅੱਧੇ ਗੋਲੇ ਦਿਓ ਕਿ ਉਹ ਕੀ 30 ਵੱਖਰੇ ਚਿੱਤਰ ਬਣਾਉਣ। ਹੋਰ ਦੂਜੇ ਕੰਮ ਵਿੱਚ ਕਹੋ ਕਿ ਤੁਸੀਂ ਖਿਡੌਣੇ ਬਣਾਓ ਜਿਨ੍ਹਾਂ ਨਾਲ ਤੁਸੀਂ ਖੁਸ਼ੀ ਨਾਲ ਖੇਡੋ। ਇਹਨਾਂ ਬਾਰੇ ਕੰਮਾਂ ਦਾ ਜਵਾਬ ਅੰਕਿਤ ਕਰ ਸਕਦੇ ਹਾਂ 3 ਵੱਖਰੀ ਸੋਚ ਦੇ ਪਹਿਲੂਆਂ ਨਾਲ, ਜੋ ਪਹਿਲਾ ਓਰੀਜਨੈਲਿਟੀ, ਫਲੂਐਂਸੀ ਜਾਂ ਫਲੈਕਸੀਬਿਲਿਟੀ, ਠੀਕ ਹੈ। ਇਹਦਾ ਰੀਆਰਡਰ 'ਚ ਅਸੀਂ ਕਰਨਾ ਹੈ ਤਾਂ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ ਏ, ਕਿ ਪਹਿਲਾਂ ਓਰੀਜਨੈਲਿਟੀ ਆਉਂਦੀ ਹੈ, ਠੀਕ ਹੈ, ਫਿਰ ਫਲੂਐਂਸੀ ਆਉਂਦੀ ਹੈ ਅਤੇ ਫਿਰ ਅਖੀਰ ਦੇ ਵਿੱਚ ਜਿਹੜੀ ਹੈ ਫਲੈਕਸੀਬਿਲਿਟੀ ਆਉਂਦੀ ਹੈ, ਠੀਕ ਹੈ ਜੀ। OFF ਅਸੀਂ ਇੱਦਾਂ ਯਾਦ ਰੱਖ ਸਕਦੇ ਹਾਂ, OFF ਪਹਿਲਾਂ ਓਰੀਜਨੈਲਿਟੀ, ਫਿਰ ਫ੍ਰੀਕੁਐਂਸੀ ਔਰ ਫਿਰ ਫਲੈਕਸੀਬਿਲਿਟੀ, ਠੀਕ ਹੈ ਜੀ। ਸੋ ਜਿਹੜਾ ਅਗਲਾ ਕੁਐਸਚਨ ਹੈ ਜੀ, ਅਕੋਰਡਿੰਗ ਟੂ ਵਾਈਗੋਟਸਕੀ ਥਿਊਰੀ ਦਾ ਪ੍ਰੋਸੈਸ ਵੇਅਰ ਬਾਈ 2 ਪਾਰਟੀਸਪੈਂਟ ਹੂ ਬਿਗਨ ਅ ਟਾਸਕ ਵਿਦ ਡਿਫਰੈਂਟ ਅੰਡਰਸਟੈਂਡਿੰਗ ਅਰਾਈਵ ਐਟ ਅ ਸ਼ੇਅਰਡ ਅੰਡਰਸਟੈਂਡਿੰਗ ਇਜ਼ ਨੋਨ ਐਜ਼, ਕਿ ਇੱਕ ਕਿਰਿਆ ਵਿੱਚ 2 ਹਿੱਸਾ ਲੈਣ ਵਾਲੇ ਇੱਕ ਕੰਮ ਨੂੰ ਵੱਖਰੀ ਸਮਝਣਾ ਸ਼ੁਰੂ ਕਰਦਾ ਹੈ ਪਰ ਉਹ ਦੋਨੋਂ ਇੱਕ ਮਿਲੇ ਜੁਲੇ ਵਿਚਾਰਾਂ ਵਿੱਚ ਆ ਜਾਂਦੇ ਨੇ, ਤਾਂ ਇਹਨੂੰ ਆਪਾਂ ਕੀ ਕਹਿੰਦੇ ਹਾਂ। ਸੋ ਇਹਨੂੰ ਆਪਾਂ ਕਹਿੰਦੇ ਹਾਂ ਜੀ ਇੰਟਰ ਸਬਜੈਕਟਿਵਿਟੀ, ਠੀਕ ਹੈ ਜੀ। ਸੋ ਆਪਾਂ ਅੱਗੇ ਚੱਲਦੇ ਹਾਂ। According to Lawrence Kohlberg, children cannot maintain the constancy of their gender. They attain this understanding only gradually moving through the following stage. ਕਿ ਕੋਲਬਰਗ ਦੇ ਅਨੁਸਾਰ ਬੱਚੇ ਆਪਣੇ ਵਰਗਿਆਂ ਵਿੱਚ ਸਥਿਰਤਾ ਨਹੀਂ ਬਣਾ ਸਕਦੇ। ਇਸ ਚੀਜ਼ ਦੀ ਸਮਝ ਉਹਨਾਂ ਨੂੰ ਹੌਲੀ ਹੌਲੀ ਮਿਲਦੀ ਹੈ ਜਦ ਇਹ ਬੱਚੇ ਇਹਨਾਂ ਹੇਠ ਲਿਖੀਆਂ ਅਵਸਥਾਵਾਂ 'ਚੋਂ ਲੰਘਦੇ ਹਨ, ਕਿ ਪਹਿਲਾ ਜੈਂਡਰ ਸਟਰਗਲ, ਜੈਂਡਰ ਸਟੇਬਿਲਿਟੀ ਜਾਂ ਜੈਂਡਰ ਕੰਸਿਸਟੈਂਸੀ ਜਾਂ ਜੈਂਡਰ ਲੇਬਲਿੰਗ, ਜੈਂਡਰ ਸਟਰਗਲ ਜਾਂ ਜੈਂਡਰ ਸਟੇਬਿਲਿਟੀ, ਜੈਂਡਰ ਲੇਬਲਿੰਗ, ਜੈਂਡਰ ਸਟੇਬਿਲਿਟੀ, ਜੈਂਡਰ ਕੰਸਿਸਟੈਂਟ, ਠੀਕ ਹੈ। ਇਹਨਾਂ ਨੇ ਦੱਸੀ ਇਹਨੂੰ ਸਹੀ ਜਿਹੜਾ ਇਹਦਾ ਆਪਸ਼ਨ ਹੈ ਉਹ ਹੈ ਜੀ ਆਪਸ਼ਨ ਨੰਬਰ ਸੀ, ਕਿ ਪਹਿਲਾਂ ਜਿਹੜੀ ਜੈਂਡਰ ਲੇਬਲਿੰਗ ਹੁੰਦੀ ਹੈ, ਠੀਕ ਹੈ ਜੀ, ਫਿਰ ਜਿਹੜੀ ਇਹਦੀ ਜੀ ਜੈਂਡਰ ਦੀ ਇੱਕ ਸਟੇਬਿਲਿਟੀ ਆਉਂਦੀ ਹੈ ਅਤੇ ਐਂਡ ਵਿੱਚ ਜਿਹੜਾ ਹੈ ਜੈਂਡਰ ਕੰਸਿਸਟੈਂਸੀ ਆਉਂਦੀ ਹੈ, ਨਿਰੰਤਰਤਾ ਆਉਂਦੀ ਹੈ, ਠੀਕ ਹੈ ਜੀ। ਪਹਿਲਾਂ ਲੇਬਲਿੰਗ ਹੁੰਦੀ ਹੈ, ਫਿਰ ਉਸ 'ਚ ਸਥਿਰਤਾ ਆਉਂਦੀ ਹੈ, ਠੀਕ ਹੈ, ਫਿਰ ਉਹਦੇ ਵਿੱਚ ਲਿੰਗ ਨਿਰੰਤਰਤਾ ਆਉਂਦੀ ਹੈ।
देयर आर टू बेसिक टाइप ऑफ इंटरमीडिएट रेनफोर्समेंट स्कैजूल दे आर रुक रुक के प्रोत्साहन देने की विधि दे दो प्रकार कॉन्टीन्यूस स्कैजूल एंड इंटरवल स्कैजूल एंड रेशो स्कैजूल इंटरवल स्कैजूल एंड स्लॉट स्कैजूल या स्लॉट स्कैजूल एंड कॉन्टीन्यूस। ठीक है जी। देखो जी इंटरमीडिएट जी रेनफोर्समेंट है, ठीक है जी, मतलब है कि रुक रुक के मतलब ਜਿਹੜਾ ਪ੍ਰੋਤਸਾਹਨ ਬੱਚਿਆਂ ਨੂੰ ਦਿੱਤਾ ਜਾਂਦਾ ਹੈ। ਠੀਕ ਹੈ ਜੀ। ਸੋ ਦੇਖੋ ਰੁਕ ਰੁਕ ਕੇ ਇਹਦਾ ਮਤਲਬ ਦੇਖੋ ਪਹਿਲੇ ਪੁਆਇੰਟ ਸਾਡਾ ਕੰਟੀਨਿਊਸ ਹੈ, ਕੰਟੀਨਿਊਸ ਦਾ ਮਤਲਬ ਹੁੰਦਾ ਹੈ ਲਗਾਤਾਰ। ਸੋ ਸਾਡਾ ਇਹ ਗਲਤ ਹੈ। ਠੀਕ ਹੈ। ਸੋ ਦੇਖੋ ਲਾਸਟ ਵਿੱਚ ਵੀ ਕੰਟੀਨਿਊਸ ਇਹਦਾ ਮਤਲਬ ਇਹ ਵੀ ਸਾਡਾ ਗਲਤ ਹੈ। ਸੋ ਸਾਡਾ ਬੀ ਔਰ ਸੀ 'ਚੋਂ ਜਿਹੜਾ ਆਪਸ਼ਨ ਸਹੀ ਹੈ। ਸੋ ਜਿਹੜਾ ਬੈਸਟ ਆਪਸ਼ਨ ਹੋਏ ਜੀ ਆਪਸ਼ਨ ਨੰਬਰ ਬੀ ਇੰਟਰਵਲ ਸਕੈਜੂਲ ਐਂਡ ਰੇਸ਼ੋ ਸਕੈਜੂਲ। ਇੰਟਰਵਲ ਮਤਲਬ ਹੁੰਦਾ ਕਿ ਜਿਹਦਾ ਥੋੜ੍ਹੇ ਥੋੜ੍ਹੇ ਇੰਟਰਵਲ ਬਾਅਦ ਰੇਸ਼ੋ, ਠੀਕ ਹੈ, ਅਨੁਪਾਤ ਦੇ ਵਿੱਚ ਜਿਹੜਾ ਇਹ ਕੰਮ ਜਿਹੜਾ ਕੀਤਾ ਜਾਂਦਾ ਹੈ। ਠੀਕ ਹੈ ਜੀ। ਬੱਚਿਆਂ ਨੂੰ ਪ੍ਰੋਤਸਾਹਨ ਕਰਨ ਦਾ। ਪਰਸਨਲ ਫੈਕਟਰਸ ਫਿਜ਼ੀਕਲ ਐਂਡ ਸੋਸ਼ਲ ਇਨਵਾਇਰਮੈਂਟ ਐਂਡ ਬਿਹੇਵੀਅਰ all influence and are influenced by each other. Bandura calls this interaction of forces as। ਠੀਕ ਹੈ ਜੀ। ਨਿੱਜੀ ਤੱਤ, ਸਰੀਰਕ ਤੱਤ, ਸਮਾਜਿਕ ਵਾਤਾਵਰਨ ਅਤੇ ਉਹਨਾਂ ਦਾ ਵਰਤਾਓ ਇਹ ਸਭ ਪ੍ਰਭਾਵਿਤ ਹੁੰਦੇ ਹਨ ਅਤੇ ਇੱਕ ਦੂਜੇ ਨੂੰ ਪ੍ਰਭਾਵਿਤ ਵੀ ਕਰਦੇ ਹਨ। ਬੰਡੂਰਾ ਸੰਪਰਕ ਦੀਆਂ ਇਹਨਾਂ ਸ਼ਕਤੀਆਂ ਨੂੰ ਕਹਿੰਦਾ ਹੈ। ਠੀਕ ਹੈ ਜੀ। ਹੁਣ ਮਤਲਬ ਉਹਨੇ ਜਿਹੜੀਆਂ ਇਹ ਸਾਰੀਆਂ ਇੰਟਰੈਕਸ਼ਨ ਆਫ ਫੋਰਸਿਸ ਹੈ ਉਹਨੂੰ ਕੀ ਕਿਹਾ ਹੈ? ਸੋ ਇਹਦਾ ਸਹੀ ਆਨਸਰ ਹੈ ਰੈਸੀਪ੍ਰੋਕਲ डिटर्मिनिज्म, परस्पर दृढ़ शक्ति। ठीक है जी। सो 20वां क्वेश्चन देखते हैं। टीचर वांट टू नो अबाउट द लेवल ऑफ अकम्पलिशमेंट अटेंड इन देयर सब्जेक्ट इन हर सब्जेक्ट आफ्टर द कंप्लीशन ऑफ सैशन ऑफ द टर्म शी टेक्स अ टेस्ट टू कंप्लीट दिस ऑब्जेक्टिव दिस टाइप ऑफ। देखो जी इत्थे वो आपां जिवें वीडियो ते भी गल कीती सी पहलां कि जिथे भी आ जाए कि मतलब बच्चों नूं जिहड़ा ओहदा लैवल चैक किया जाता है आफ्टर द कंप्लीशन ऑफ द टर्म मतलब सैशन तो बाद, ਤਾਂ ਉਹ ਕਿਹੜਾ ਹੁੰਦਾ ਹੈ ਜੀ ਆਪਸ਼ਨ ਨੰਬਰ ਸੀ ਸਮਿਟਿਵ। ਜਦੋਂ ਜਿਹੜੀ ਬੱਚਿਆਂ ਦੀ ਜਿਹੜਾ ਮੁਲਾਂਕਣ ਕੀਤਾ ਜਾਂਦਾ ਆ, ਆਕਲਨ ਕੀਤਾ ਜਾਂਦਾ ਆ ਇੱਕ ਟਰਮ ਦੇ ਖਤਮ ਹੋਣ ਤੋਂ ਬਾਅਦ, ਸੋ ਉਹ ਸਮਿਟਿਵ ਹੁੰਦਾ ਹੈ। ਅਗਲਾ ਦੇਖਦੇ ਹਾਂ ਜੀ 21 ਵੈਰੀ ਪਲੀਜ਼ੈਂਟ ਸਟੂਡੈਂਟ ਹੂ ਸੀਮਸ ਟੂ ਵਰਕ ਹਾਰਡ ਐਂਡ ਕ੍ਰੀਏਟ ਲਿਟਲ ਪ੍ਰੋਗਰਾਮ ਮੇ ਬੀ ਗਿਵਨ ਦ ਬੈਨੀਫਿਟ ਆਫ ਡਾਊਟ ਹਾਇਰ ਗ੍ਰੇਡ whereas a very troubling student who create trouble in class may be given a lower grade. This is example of ਕੋਈ ਇੱਕ ਬੱਚਾ ਹੈ ਜਿਹੜਾ ਕਿ ਘੱਟ ਪਰੇਸ਼ਾਨੀ ਕਰਦਾ ਹੈ ਅਤੇ ਉਹਨੂੰ ਲਾਭ ਹੁੰਦਾ ਹੈ ਕਿ ਉਹਨੂੰ ਗ੍ਰੇਡ ਮਿਲਣੇ ਚਾਹੀਦੇ ਆ। ਉਲਟ ਕਿ ਇੱਕ ਸ਼ਰਾਰਤੀ ਬੱਚਾ ਆ, ਠੀਕ ਹੈ, ਜੋ ਪਰੇਸ਼ਾਨੀ ਪੈਦਾ ਕਰਦੇ ਅਤੇ ਉਹਨੂੰ ਜਿਹੜਾ ਹੈ ਨੀਵਾਂ ਗ੍ਰੇਡ ਮਿਲਦਾ। ਇਹ ਕਿਹੜੀ ਚੀਜ਼ ਦਾ ਉਦਾਹਰਣ ਹੈ? ਸੋ ਇਹ ਕਿਹਦਾ ਉਦਾਹਰਣ ਹੈ? ਇਹ ਹੈ ਜੀ ਹੋਲੋ ਇਫੈਕਟ ਦਾ ਉਦਾਹਰਣ ਹੈ। ਆਪਸ਼ਨ ਨੰਬਰ ਡੀ ਯੋਗਤਾ ਦਾ ਪ੍ਰਭਾਵ। ਠੀਕ ਹੈ। ਅਤੇ ਜਿੱਦਾਂ ਦੀ ਬੱਚੇ ਦੀ ਯੋਗਤਾ ਹੋਵੇਗੀ ਉਸ ਦੇ ਅਨੁਸਾਰ ਹੀ ਜਿਹੜਾ ਇਹ ਕੰਮ ਕੀਤਾ ਜਾਂਦਾ ਹੈ। ਠੀਕ ਹੈ ਜੀ। ਜਾਂ ਆਪਸ਼ਨ ਨੰਬਰ ਡੀ ਇਹਦਾ ਸਹੀ ਜਿਹੜਾ ਜਵਾਬ ਹੈ। ਸੋ ਮੈਂ ਇੱਕ ਤੁਹਾਨੂੰ ਐਡਵਾਈਸ ਦੇਵਾਂਗਾ ਕਿ ਜਦੋਂ ਤੁਸੀਂ CDP ਦੇ ਜਿਹੜੇ ਕੁਐਸਚਨਸ ਕਰਦੇ ਕਈ ਵਾਰ ਇੱਦਾਂ ਹੁੰਦਾ ਹੈ ਕਿ ਜਿਵੇਂ ਦੇਖੋ ਇੱਥੋਂ ਹੋਲ ਇਫੈਕਟ ਜੇ ਅਸੀਂ ਪੰਜਾਬੀ ਵਿੱਚੋਂ ਨਾ ਪੜ੍ਹੀਏ ਤਾਂ ਹੋਲ ਇਫੈਕਟ ਦਾ ਮਤਲਬ ਸਾਨੂੰ ਕਈ ਵਾਰ ਨਹੀਂ ਪਤਾ ਲੱਗਦਾ। ਸੋ ਤੁਸੀਂ ਕੀ ਕਰ ਸਕਦੇ ਨਾਲ ਪੰਜਾਬੀ ਨੂੰ ਜਿਹੜਾ ਹੈ ਤੁਸੀਂ ਬਿਲਕੁਲ ਦੇਖੋ। ਹੁਣ ਜੇ ਕੁਐਸਚਨ ਪੜ੍ਹ ਕੇ ਸਾਨੂੰ ਨਹੀਂ ਪਤਾ ਲੱਗਦਾ ਹੈ ਨਾ ਆਪਸ਼ਨਸ ਤੋਂ, ਪਰ ਜਦੋਂ ਅਸੀਂ ਦੇਖਦੇ ਹਾਂ ਕਿ ਇੱਥੇ ਇੱਕ ਬੱਚਾ ਪੜ੍ਹਨ ਵਾਲੇ ਦੀ ਗੱਲ ਹੋ ਰਹੀ ਹੈ ਜਿਹੜਾ ਸਹੀ ਹੈ, ਜਿਹੜਾ ਸ਼ਰਾਰਤਾਂ ਨਹੀਂ ਕਰਦਾ ਔਰ ਇੱਕ ਸ਼ਰਾਰਤਾਂ ਕਰ ਰਿਹਾ, ਸੋ ਉਹਦੇ ਅਕੋਰਡਿੰਗ ਯੋਗਤਾ ਦਾ ਪ੍ਰਭਾਵ ਅਸੀਂ ਦੇਖ ਸਕਦੇ ਹਾਂ ਕਿ ਉਹ ਥੋੜ੍ਹਾ ਸਹੀ ਬੈਠ ਰਿਹਾ ਆਨਸਰ ਹੈ ਨਾ। ਸੋ ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ ਕਿ ਪੰਜਾਬੀ ਵੱਲ ਵੀ ਜ਼ਰੂਰ ਨਿਗਾਹ ਮਾਰਨੀ ਹੈ। ਕਈ ਵਾਰ ਮੀਨਿੰਗ ਉੱਥੋਂ ਕਲੀਅਰ ਹੋ ਜਾਂਦਾ ਹੁੰਦਾ ਹੈ। According to Kohlberg theory and moral reasoning, which of the following is correct matched? ਸੋ ਇਹ ਕੋਲਬਰਗ ਦੀ ਥਿਊਰੀ ਦੇ ਨਾਲ ਰਿਲੇਟਡ ਸਮ ਆ। ਉਹ ਕਹਿ ਰਿਹਾ ਕਿ ਜਿਹੜੀ ਉਹਨੇ ਸਟੇਜਿਸ ਦੱਸੀਆਂ, ਠੀਕ ਹੈ ਜੀ, ਮੋਰਲ ਰੀਜ਼ਨਿੰਗ ਦੀਆਂ, ਇਹਨਾਂ 'ਚੋਂ ਕਿਹੜੀ ਮੈਚ ਜਿਹੜੀ ਹੈ ਕਰੈਕਟਲੀ ਕਰ ਰਹੀ ਹੈ। ਸੋ ਜਿਹੜਾ ਇਹਦਾ ਕਰੈਕਟਲੀ ਮੈਚ ਕਰ ਰਹੀ ਹੈ ਉਹ ਕਰ ਰਹੀ ਜੀ ਆਪਸ਼ਨ ਨੰਬਰ ਬੀ ਕਿ ਕਨਵੈਨਸ਼ਨਲ ਮੋਰਲ ਰੀਜ਼ਨਿੰਗ। ਠੀਕ ਹੈ ਜੀ। ਪਰੰਪਰਾਗਤ ਜਿਹੜੀ ਹੁੰਦੀ ਹੈ, ਠੀਕ ਹੈ ਜੀ, ਜਿਵੇਂ ਬੀ ਆਪਸ਼ਨ 'ਚ ਲਿਖਿਆ ਕਿ ਰਵਾਇਤੀ ਨੈਤਿਕ ਤਰਕ। ਠੀਕ ਹੈ ਜੀ। ਇਹਦੇ ਵਿੱਚ ਲਾਅ ਐਂਡ ਆਰਡਰ ਆਉਂਦਾ ਹੈ। ਠੀਕ ਹੈ ਜੀ। ਸੋ ਇਹ ਬਿਲਕੁਲ ਸਹੀ ਆਨਸਰ ਹੈ। ਆਪਸ਼ਨ ਨੰਬਰ 20 ਕੁਐਸਚਨ ਨੰਬਰ 23 which of the following strategies you should associate with culturally relevant teaching? ਠੀਕ ਹੈ ਜੀ। ਸੰਸਕ੍ਰਿਤਿਕ ਸੰਬੰਧਾਂ ਬਾਰੇ ਸਿੱਖਿਆ ਸ਼ਾਸਤਰ ਨੂੰ ਇਹਨਾਂ ਵਿੱਚੋਂ ਕਿਹੜੀ ਰਣਨੀਤੀ ਨਾਲ ਜੋੜਦਾ ਹੈ? ਡੂ ਨਾਟ ਯੂਜ਼ ਐਕਟੀਵਿਟੀਜ਼ ਐਂਡ ਪ੍ਰੋਜੈਕਟ
ਕੀਪ ਸਟੈਂਡਰਡਾਈਜ਼ਡ criterion for students behavior during discussion या experiment with different grouping arrangement to encourage social harmony and cooperational या community participation should be avoided। देखो ਜਿਹੜਾ ਪਹਿਲਾ ਆਪਸ਼ਨ ਹੈ ਦੇਖੋ ਨੈਗੇਟਿਵ ਹੈ, ਇਹਨੂੰ ਆਪਾਂ ਨਹੀਂ ਲੈ ਜਾ ਸਕਦੇ। ਉਹ ਕੁਐਸਚਨ ਕੀ ਆ ਰਿਹਾ ਕਿ ਇਹਨਾਂ ਵਿੱਚੋਂ ਕਿਹੜੀ ਰਣਨੀਤੀ ਨਾਲ ਬੱਚੇ ਨੂੰ ਜੋੜ ਸਕਦੇ ਹਾਂ ਸੰਸਕ੍ਰਿਤਿਕ ਸੰਬੰਧਾਂ ਬਾਰੇ ਦੱਸਣ ਲਈ, ਠੀਕ ਹੈ ਜੀ। ਸੋ ਇਹ ਤਾਂ ਹੈ ਨਹੀਂ ਕਿ ਐਕਟੀਵਿਟੀ ਅਤੇ ਪ੍ਰੋਜੈਕਟ ਦਾ ਇਸਤੇਮਾਲ ਹੀ ਨਾ ਕਰੀਏ। ਹੁਣ ਇਹ ਵੀ ਨਹੀਂ ਹੈਗਾ ਕਿ ਕੀਪ ਸਟੈਂਡਰਡਾਈਜ਼ਡ ਕ੍ਰਾਈਟੀਰੀਅਨ ਫॉर ਸਟੂਡੈਂਟ ਬਿਹੇਵੀਅਰ ਡਿਊਰਿੰਗ, ਠੀਕ ਹੈ, ਕਿ ਬੱਚਿਆਂ ਦੇ ਵਰਤਾਓ ਨੂੰ ਸਹੀ ਤਰਕ 'ਤੇ ਰੱਖਣਾ। ਜਿਹੜੇ ਸਹੀ ਆਪਸ਼ਨ ਹੈ ਉਹ ਹੈ ਜੀ ਆਪਸ਼ਨ ਨੰਬਰ ਸੀ, ਕਿ ਸਮਾਜਿਕ ਬਰਾਬਰਤਾ ਬਾਰੇ ਸਹਿਯੋਗ ਵਧਾਉਣ ਲਈ ਵੱਖਰੇ ਸਮੂਹ ਬਣਾਉਣ ਉੱਤੇ ਪ੍ਰਯੋਗ ਕਰੋ, ਠੀਕ ਹੈ ਜੀ। ਕਿ ਜਿਹੜੇ ਡਿਫਰੈਂਟ ਗਰੁੱਪ ਵਾਲੇ ਬੱਚੇ ਆ, ਠੀਕ ਹੈ ਜੀ, ਅਤੇ ਆਪਾਂ ਅਲੱਗ-ਅਲੱਗ ਜਿਹੜੇ ਸਮੂਹਾਂ ਦੇ ਨਾਲ ਬਿਲੋਂਗ ਕਰਦੇ ਆ, ਅਸੀਂ ਉਹਨਾਂ ਦੇ ਨਾਲ ਜਿਹੜਾ ਹੈ ਐਕਸਪੈਰੀਮੈਂਟ ਜਿਹੜਾ ਉਹ ਕੀਤਾ ਜਾਵੇ। 24 ਕੁਐਸਚਨ ਹੈ ਜੀ, ਅਕੋਰਡਿੰਗ ਟੂ ਰੈਂਜ਼ੂਲੀ ਐਂਡ ਰੇਜ਼ following set of characteristics can be associated with people who are gifted। ਰੇਜ਼ੂਲੀ ਦੇ ਰੀਸ ਦੇ ਅਨੁਸਾਰ ਇਹਨਾਂ ਵਿੱਚੋਂ ਕਿਹੜੇ ਗੁਣ ਉਹਨਾਂ ਲੋਕਾਂ ਨਾਲ ਜੋੜੇ ਜਾ ਸਕਦੇ ਹਨ ਜਿਹੜੇ ਕਿ ਕੁਦਰਤ ਵੱਲੋਂ ਵਰਦਾਨ ਹੁੰਦੇ ਹਨ। who are persistent with low motivation, ਬਿਲਕੁਲ ਇਹ ਤਾਂ ਗਲਤ ਹੋਵੇਗਾ। who are persistent with high motivation with the usual idea, ਨਹੀਂ। who are persistent with low motivation, ਨਹੀਂ। ਸੋ ਇਹਦਾ ਆਨਸਰ ਜਿਹੜਾ ਸਹੀ ਹੈ ਉਹ ਕੀ ਹੈ ਕਿ who are persistent, ਜੋ ਲਗਾਤਾਰ ਕੰਮ ਕਰਦੇ ਹਨ, ਜਿਨ੍ਹਾਂ ਦੀ ਉਕਸਾਹਟ ਸ਼ਕਤੀ ਵੱਧ ਹੁੰਦੀ ਹੈ ਅਤੇ ਬਹੁਤ ਸਿਰਜਕ, ਉਹ ਕ੍ਰੀਏਟਿਵ ਹੁੰਦੇ ਹਨ, ਠੀਕ ਹੈ ਜੀ। ਸਪੈਸ਼ਲ ਤਾਂ ਫਿਰ ਬੱਚੇ ਉਹੀ ਹੁੰਦੇ ਨੇ, ਠੀਕ ਹੈ ਜੀ। ਸੋ ਡੀ ਆਪਸ਼ਨ ਸਹੀ ਆਨਸਰ ਹੈ। ਅਕੋਰਡਿੰਗ ਟੂ ਨੈਸ਼ਨਲ ਕਰੀਕੂਲਮ ਫਰੇਮਵਰਕ ਪੋਜੀਸ਼ਨ ਪੇਪਰ ਔਨ ਐਜੂਕੇਸ਼ਨ ਔਰ ਸਪੈਸ਼ਲ ਨੀਡ following can be directly associated with the benefit of inclusion for student। ਸੋ ਜਿਹੜਾ ਇਹਦਾ ਸਹੀ ਆਨਸਰ ਕੀ ਹੋਵੇਗਾ ਜੀ, ਕੀ ਕਹਿ ਰਹੇ ਆ, ਕਹਿੰਦੇ ਪਾਠਕ੍ਰਮ ਢਾਂਚੇ ਦੀ ਸਿੱਖਿਆ ਦੇ ਪੋਜੀਸ਼ਨ ਪੇਪਰ ਦੇ ਅਨੁਸਾਰ ਜ਼ਰੂਰਤਾਂ ਸਿੱਧਾ ਇਹਨਾਂ ਵਿੱਚੋਂ ਕਿਹੜੇ ਬੱਚਿਆਂ ਦੇ ਸਮਾਵੇਸ਼ਨ ਦੇ ਲਾਭ ਦੇ ਨਾਲ ਜੋੜੇ ਜਾ ਸਕਦੇ ਹਨ, ਠੀਕ ਹੈ ਜੀ। ਸਪੈਂਡਿੰਗ ਦਾ ਸਕੂਲ ਡੇ alongside classmates who do not have disability provides many opportunities for social interaction that would not be available in segregating setting, ठीक है। ਜਾਂ children with SEN would not have appropriate model of behavior, देखो ये तो गलत है। children with SEN wouldn't find it difficult to learn about tolerance या इंडिविजुअल डिफरेंसेस, सो ये भी गलत है। या इंक्लूजन ऑफर लिमिटेड अपॉर्चुनिटी टू इंटरैक्ट विद अदर, कि समावेश ਸੰਬੰਧੀ ਮੌਕੇ ਜਿਹੜੇ ਆਪਸੀ ਗੱਲਬਾਤ ਦੇ ਮੌਕੇ ਘੱਟ ਕਰਦੇ ਹਨ, ਸੋ ਇਹ ਵੀ ਗਲਤ ਹੈ। ਜਿਹੜਾ ਸਹੀ ਆਪਸ਼ਨ ਹੈ ਇਹ ਹੀ ਸਹੀ ਹੈ ਕਿ ਆਪਣਾ ਸਾਰਾ ਸਕੂਲ ਦਾ ਸਮਾਂ ਉਹਨਾਂ ਬੱਚਿਆਂ ਨਾਲ ਬਿਤਾਉਣਾ ਜੋ ਵੱਖਰੀ ਯੋਗਤਾ ਵਾਲੇ ਹਨ ਅਤੇ ਉਹਨਾਂ ਨੂੰ ਕਾਫੀ ਸਾਰੇ ਸਮਾਜਿਕ ਮੇਲ ਜੋਲ ਦੇ ਮੌਕੇ ਦੇਣਾ, ਠੀਕ ਹੈ, ਪੋਜ਼ੀਟਿਵ ਪੁਆਇੰਟ ਹੈ। ਸੋ ਤੁਹਾਨੂੰ ਮੈਂ ਉਦਣ ਵੀ ਕਿਹਾ ਸੀਗਾ ਕਿ ਕੋਸ਼ਿਸ਼ ਕਰਨਾ ਹੈ ਕਿ ਜਿੰਨੇ ਵੀ ਆਪਣੇ ਇਹ ਫਰੇਮਵਰਕ ਨੇ, ਠੀਕ ਹੈ, ਜਾਂ ਸਰਕਾਰ ਵੱਲੋਂ ਚਲਾਏ ਗਏ ਨੇ, ਆਪਾਂ ਨੂੰ ਆਪਸ਼ਨਸ ਜੇ ਕੋਈ ਨੈਗੇਟਿਵ ਆਇਆ ਤਾਂ ਅਸੀਂ ਉਹਨੂੰ ਅਵੋਇਡ ਕਰਾਂਗੇ, ਠੀਕ ਹੈ ਜੀ। ਸੋ ਕਈ ਵਾਰ ਇੱਦਾਂ ਅਸੀਂ ਆਨਸਰ ਅਸੀਂ ਐਲੀਮੀਨੇਟ ਕਰਕੇ ਕੱਢ ਸਕਦੇ ਹਾਂ। ਇਨ ਵਨ ਆਫ ਦਾ ਸਟੱਡੀ ਡਿਜ਼ਾਈਨ ਬਾਏ ਇਲੇਨੋਰ ਗਿਬਸਨ and Richard Walk, they design visual cliff for children. It show that babies are able to judge distance of object from one another and from themselves. This ability which helped them for understanding the layout of environment। ਕਹਿੰਦੇ ਹੈ ਕਿ ਉਹਨਾਂ ਨੇ ਮਤਲਬ ਦੋ ਜਣੇ ਸੀਗੇ, ਇਲਨੋਰ ਗਿਬਸਨ ਅਤੇ ਵੌਕ, ਮਤਲਬ ਇਹਨਾਂ ਨੇ ਬੱਚਿਆਂ ਦੇ ਦੇਖਣ ਲਈ ਇੱਕ ਯੋਗ ਚੱਟਾਨ ਤਿਆਰ ਕੀਤੀ ਜਿਸ ਵਿੱਚ ਇਹ ਦੱਸਿਆ ਗਿਆ ਕਿ ਛੋਟੇ ਬੱਚੇ ਜਾਂ ਦੇ ਕੋਲੋਂ ਕੋਈ ਵਸਤੂ ਦੂਰ ਰੱਖ ਦਿੱਤੀ ਜਾਵੇ ਤਾਂ ਉਸ ਵਸਤੂ ਦੀ ਦੂਰੀ ਦਾ ਅਨੁਮਾਨ ਲਗਾਉਣ ਦੀ ਯੋਗਤਾ ਉਹਨਾਂ ਵਿੱਚ ਹੁੰਦੀ ਹੈ। ਇਹ ਯੋਗਤਾ ਜੋ ਕਿ ਇਹਨਾਂ ਵਿੱਚ ਬਹੁਤ ਛੋਟੇ ਬੱਚੇ ਨੂੰ ਆਪਸੀ ਆਸ-ਪਾਸ ਦੇ ਵਾਤਾਵਰਨ ਨੂੰ ਸਮਝਣ ਅਤੇ ਕਿਰਿਆਤਮਕਤਾ ਦਾ ਮਾਰਗ ਦਰਸ਼ਨ ਕਰਦੀ ਹੈ। ਇਹ ਕੀ ਹੈ, ਇਹਨੂੰ ਕੀ ਕਹਿੰਦੇ ਆ? ਸੋ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ ਸੀ, ਡੈਪਥ ਪਰਸੈਪਸ਼ਨ, ਗਹਿਰੀ ਸਮਝ, ਠੀਕ ਹੈ ਜੀ। A preschool child after seeing a zebra at the zoo call out horse, which of the following processes A, ਠੀਕ ਹੈ। ਇੱਕ ਬੱਚਾ ਜੂ 'ਚ ਗਿਆ, ਉੱਥੇ ਉਹਨੇ ਜੈਬਰਾ ਨੂੰ ਦੇਖ ਕੇ ਉਹਨੇ ਉਹਨੂੰ ਹੋਰਸ ਕਿਹਾ, ਉਹਨੂੰ ਘੋੜਾ ਕਿਹਾ। ਤਾਂ ਇਹ ਵਿਧੀ ਜਿਹੜੀ ਇਹਦੇ ਵਿੱਚ ਕਿਹੜੀ ਪ੍ਰਯੋਗ, ਦੇਖੋ ਇਹ ਪਿਆਜੇ ਦੇ ਨਾਲ ਸੰਬੰਧ ਰੱਖਦੀ ਹੈ,
ਠੀਕ ਹੈ ਜੀ। ਸੋ ਜਿਹੜਾ ਸਹੀ ਆਨਸਰ ਹੈ ਉਹ ਹੈ ਜੀ ਐਸਿਮੀਲੇਸ਼ਨ। ਐਸਿਮੀਲੇਸ਼ਨ ਹੁੰਦਾ ਹੈ ਜੀ ਪ੍ਰੀਵੀਅਸ ਜਿਹੜੀ ਨੌਲੇਜ ਹੁੰਦੀ ਹੈ ਸਾਡੇ ਦਿਮਾਗ ਦੇ ਵਿੱਚ, ਠੀਕ ਹੈ ਜੀ। ਮਤਲਬ ਬੱਚੇ ਨੂੰ ਨਹੀਂ ਪਤਾ, ਬੱਚੇ ਨੇ ਕਦੀ ਘੋੜਾ ਨਹੀਂ ਦੇਖਿਆ ਪਰ ਉਹਨੇ ਸਿਰਫ ਜੈਬਰਾ ਦੇਖਿਆ ਅਤੇ ਉਹਨੂੰ ਜਿਹੜਾ ਘੋੜਾ ਵੀ ਉਹ ਜੈਬਰੇ ਵਾਂਗ ਹੀ ਲੱਗਾ, ਤਾਂ ਉਹਨੇ ਮਤਲਬ ਆਪਣੀ ਪ੍ਰੀਵੀਅਸ ਨੌਲੇਜ ਉਹਨੇ ਘੋੜੇ ਨੂੰ ਦੇਖ ਕੇ ਹੀ ਉਹਨੇ ਜੈਬਰਾ ਨੂੰ ਵੀ ਕਹਿ ਦਿੱਤਾ ਘੋੜਾ, ਠੀਕ ਹੈ ਨਾ ਜੀ। ਸੋ ਇਹ ਐਸਿਮੀਲੇਸ਼ਨ ਦਾ ਜਿਹੜਾ ਪ੍ਰੋਸੈਸ ਹੈ। ਐਕੋਮੋਡੇਸ਼ਨ ਉਦੋਂ ਹੋਣਾ ਹੈ ਜਦੋਂ ਬੱਚੇ ਨੂੰ ਪਤਾ ਲੱਗ ਜਾਣਾ ਕਿ ਨਹੀਂ ਘੋੜਾ ਅਲੱਗ ਹੈ ਔਰ ਜੈਬਰਾ ਅਲੱਗ ਹੈ। ਜੈਬਰਾ ਇਸ ਲਈ ਅਲੱਗ ਹੈ ਕਿਉਂਕਿ ਉਹਦੇ ਉੱਤੇ ਧਾਰੀਆਂ ਹਨ, ਮਤਲਬ ਉਹਨੇ ਮੋਡੀਫਿਕੇਸ਼ਨ ਕਰਨੀ ਹੈ ਬਾਅਦ 'ਚੋਂ, ਠੀਕ ਹੈ, ਉਹ ਐਕੋਮੋਡੇਸ਼ਨ 'ਚ ਹੁੰਦੀ ਹੈ। ਸੋ ਹਜੇ ਉਹ ਐਸਿਮੀਲੇਸ਼ਨ ਸਟੇਟ 'ਤੇ ਸੀ ਬੱਚਾ, ਠੀਕ ਹੈ ਜੀ। Children acquire selective adaptable attention with the help of gains in two component of executive function which are ਦੋ ਕਾਰਜਕਾਰੀ ਤਰੀਕੇ ਜੋ ਕਿ ਇੱਕ ਬੱਚੇ ਨੂੰ ਸਹੀ ਢੰਗ ਨਾਲ ਚੁਣਨਾ ਅਤੇ ਅਪਣਾਉਣ ਲਈ ਤਿਆਰ ਕਰਦੇ ਹਨ, ਠੀਕ ਹੈ ਜੀ। ਇਹਦਾ ਆਨਸਰ ਕੀ ਹੈ ਜੀ, ਐਕੁਇਜ਼ੀਸ਼ਨ ਐਂਡ ਇਨਹੈਬਿਟੇਸ਼ਨ ਸਟ੍ਰੈਟਜੀਜ਼, ਪਲੈਨਿੰਗ ਐਂਡ ਐਕੁਇਜ਼ੀਸ਼ਨ, ਇਨਹੈਬਿਟੇਸ਼ਨ ਐਂਡ ਅਟੈਂਸ਼ਨ ਸਟ੍ਰੈਟਜੀ ਜਾਂ ਪਲੈਨਿੰਗ ਐਂਡ ਐਸਿਮੀਲੇਸ਼ਨ ਸਟ੍ਰੈਟਜੀ। ਸੋ ਜਿਹੜਾ ਦਾ ਸਹੀ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ ਸੀ, ਕਿ ਰੁਕਾਵਟ ਅਤੇ ਚੇਤਨ ਰਣਨੀਤੀ, ਠੀਕ ਹੈ ਜੀ। ਕਿ ਬੱਚੇ ਨੂੰ ਜਿਹੜੀ ਹੈ ਰੁਕਾਵਟ ਹੈ, ਠੀਕ ਹੈ ਜੀ, ਅਤੇ ਬੱਚਿਆਂ ਦੀ ਜਿਹੜੀ ਚੇਤਨ ਰਣਨੀਤੀ ਹੈ ਉਹੀ ਜਿਹੜੇ ਆ ਉਹਨਾਂ ਨੂੰ ਸਹੀ ਢੰਗ ਨਾਲ ਚੁਣਨਾ ਅਤੇ ਬਣਾਉਣ ਲਈ ਜਿਹੜਾ ਹੈ ਅਪਣਾਉਣ ਲਈ ਤਿਆਰ ਕਰਦੀ ਹੈ, ਠੀਕ ਹੈ ਜੀ। ਸੋ 29ਵਾਂ ਕੁਐਸਚਨ ਦੇਖਦੇ ਹਾਂ। ਕਹਿੰਦੇ ਇਫ ਚਾਈਲਡ ਇਜ਼ ਏਬਲ ਟੂ ਡਰਾ ਕਨਕਲੂਜਨ ਬਾਈ ਅਪਲਾਈਂਗ ਰੂਲਸ ਔਰ ਪ੍ਰਿੰਸੀਪਲ ਲੌਜੀਕਲੀ ਮੂਵ ਫਰੋਮ ਜਰਨਲ ਰੂਲ ਟੂ ਸਪੈਸੀਫਿਕ। ਦੇਖੋ ਜੀ ਇੱਥੇ ਉਹ ਆ ਗਈ ਚੀਜ਼ ਜਿਹੜੀ ਆਪਾਂ ਕੱਲ੍ਹ ਵੀ ਇੱਕ ਵੀਡੀਓ ਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਜਰਨਲ ਟੂ ਸਪੈਸੀਫਿਕ, ਠੀਕ ਹੈ। ਆਪਸ਼ਨ ਦੇਖਦੇ ਹਾਂ। ਦ ਚਾਈਲਡ ਇਜ਼ ਏਬਲ ਟੂ ਅਪਲਾਈ ਡਿਡਕਟਿਵ ਰੀਜ਼ਨਿੰਗ, ਦ ਚਾਈਲਡ ਇਜ਼ ਯੂਜ਼ਿੰਗ ਐਸਿਮੀਲੇਸ਼ਨ, ਦੇਖੋ ਐਸਿਮੀਲੇਸ਼ਨ ਤਾਂ ਨਹੀਂ ਹੈ। ਚਾਈਲਡ ਇਜ਼ ਏਬਲ ਟੂ ਅਪਲਾਈ ਇੰਡਕਟਿਵ, ਦੇਖੋ ਇੰਡਕਟਿਵ ਹੁੰਦੀ ਹੈ ਸਪੈਸੀਫਿਕ ਟੂ ਜਰਨਲ। ਦ ਚਾਈਲਡ ਇਜ਼ ਯੂਜ਼ਿੰਗ ਐਨਾਲੋਜਿਕਸ, ਸੋ ਇਹ ਵੀ ਗਲਤ ਹੈ। ਆਨਸਰ ਜਿਹੜਾ ਸਹੀ ਹੈ ਆਪਸ਼ਨ ਨੰਬਰ ਏ, ਡਿਟਕਟਿਵ ਰੀਜ਼ਨਿੰਗ ਬੱਚਾ ਸਿੱਖ ਲੈਂਦਾ। ਜਦੋਂ ਜਰਨਲ ਤੋਂ ਅਸੀਂ ਸਪੈਸੀਫਿਕ ਜਾਂਦੇ ਹਾਂ ਉਹਦੇ ਵਿੱਚ ਡਿਟਕਟਿਵ ਲਰਨਿੰਗ ਹੁੰਦੀ ਹੈ, ਡਿਟਕਟਿਵ ਰੀਜ਼ਨਿੰਗ ਹੁੰਦੀ ਹੈ, ਡਿਟਕਟਿਵ ਮੈਥਡ ਹੁੰਦਾ ਹੈ। ਸੋ ਅੱਜ ਦੀ ਵੀਡੀਓ ਦਾ ਲਾਸਟ ਕੁਐਸਚਨ ਕਿ ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਕੋਲਬਰਗ ਸਟੇਜਿਸ ਆਫ ਮੋਰਲ ਡਿਵੈਲਪਮੈਂਟ। ਇਹਨਾਂ ਵਿੱਚੋਂ ਕਿਹੜੀ ਇੱਕ ਸਟੇਜ ਜਿਹੜੀ ਹੈ ਉਹ ਕੋਲਬਰਗ ਦੀ ਜਿਹੜੀ ਹੈ ਡਿਵੈਲਪਮੈਂਟ ਦੀ ਸਟੇਜਿਸ ਹੈ ਉਹਦੇ ਵਿੱਚ ਨਹੀਂ ਹੈਗੀ, ਠੀਕ ਹੈ ਜੀ। ਦੇਖੋ ਪ੍ਰੀ ਕਨਵੈਨਸ਼ਨਲ ਤਾਂ ਹੈਗੀ ਆ, ਪੋਸਟ ਕਨਵੈਨਸ਼ਨਲ ਵੀ ਹੈ ਔਰ ਕਨਵੈਨਸ਼ਨਲ ਵੀ, ਇਹ ਤਿੰਨੇ ਕੋਲਬਰਗ ਦੀਆਂ ਜਿਹੜੀਆਂ ਸਟੇਜਿਸ ਨੇ। ਸੋ ਜਿਹੜੀ ਨਹੀਂ ਹੈ ਸਟੇਜ ਉਹ ਕੀ ਹੈ, ਆਪਸ਼ਨ ਨੰਬਰ ਡੀ, ਨਿਓ ਕਨਵੈਨਸ਼ਨਲ ਜਿਹੜੀ ਰੀਜ਼ਨਿੰਗ ਹੈ ਉਹਦੀ ਸਟੇਜ ਨਹੀਂ ਹੈ, ਠੀਕ ਹੈ ਜੀ। ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਸੋ ਮੈਂ ਹੋਰ ਵੀਡੀਓਜ਼ ਜਿਹੜੀਆਂ CDP ਦੇ ਨਾਲ ਰਿਲੇਟਡ ਜਾਂ ਇੰਪੋਰਟੈਂਟ ਜਿਹੜੇ ਕੁਐਸਚਨਸ ਨੇ ਆਪਾਂ ਉਹ ਲੈ ਕੇ ਆਵਾਂਗੇ। ਉਮੀਦ ਹੈ ਤੁਸੀਂ ਵੀਡੀਓ ਦੇ ਅਖੀਰ ਤੱਕ ਬਣੇ ਰਹੇ ਹੋਵੋਗੇ। ਤੋ ਤੁਹਾਡੇ ਸਾਰਿਆਂ ਦਾ ਧੰਨਵਾਦ। ਸਤਿ ਸ਼੍ਰੀ ਅਕਾਲ।